ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਬਣੀਏ ਗੁਰਸਿੱਖ ਪਿਆਰਾ ਕੁਇਜ਼ ਸ਼ੋਅ ਦੇ 22ਵੇਂ ਸੀਜ਼ਨ ਦੇ 5ਵੇਂ ਐਪੀਸੋਡ ਵਿੱਚ ਸਾਡੇ ਸਾਰੇ ਪਿਆਰੇ ਤੇ ਸੂਝਵਾਨ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਸਾਡੇ ਦੇਸ਼ ਵਿਦੇਸ਼ ਵਿੱਚ ਜਿਹੜੇ ਦਰਸ਼ਕ ਇਸ ਸ਼ੋਅ ਨੂੰ ਦੇਖਦੇ ਹਨ ਤੇ ਆਪਣੇ ਮਿੱਠੇ ਮਿੱਠੇ ਸੁਝਾਅ ਸਾਨੂੰ ਸ਼ੇਅਰ ਕਰਦੇ ਹਨ, ਉਸ ਨਾਲ ਸਾਨੂੰ ਬੜਾ ਹੀ ਉਤਸ਼ਾਹ ਮਿਲਦਾ ਹੈ। ਅਸੀਂ ਇਸ ਵਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅਨੇਕਾਂ ਹੀ ਪ੍ਰੋਗਰਾਮ ਅਰੇਂਜ ਕਰ ਰਹੇ ਹਾਂ। ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਧਰਮ ਦੀ ਰਾਖੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੀ। ਉਹਨਾਂ ਦੀ ਸ਼ਹਾਦਤ ਨੂੰ ਕਿਸੇ ਇੱਕ ਖਿੱਤੇ ਨਾਲ ਜਾਂ ਇੱਕ ਕਮਿਊਨਿਟੀ ਦੇ ਨਾਲ ਜੋੜਨ ਨਾਲੋਂ ਸਰਬ ਸ੍ਰਿਸ਼ਟ ਪੇ ਢਾਪੀ ਚਾਦਰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ। ਸੋ ਅਸੀਂ ਇਸੀ ਆਈਡੀਆ ਨੂੰ ਲੈ ਕੇ ਇੱਕ ਐਸੇ ਕੰਪੀਟੀਸ਼ਨ ਰੱਖਿਆ ਹੈ ਜਿਹਦੇ ਵਿੱਚ ਅਸੀਂ ਇਨਵਾਈਟ ਕਰਦੇ ਹਾਂ ਸਾਰੇ ਦਰਸ਼ਕਾਂ ਨੂੰ। ਆਨਲਾਈਨ ਐਸੇ ਕੰਪੀਟੀਸ਼ਨ ਹੈ, ਆਪ ਜੀ ਘਰ ਬੈਠੇ ਐਸੇ ਲਿਖ ਸਕਦੇ ਹੋ। ਸਾਡੀ ਵੈਬਸਾਈਟ ਤੇ ਇਸ ਬਾਰੇ ਸਾਰੀ ਡਿਟੇਲ ਆਪ ਜੀ ਨੂੰ ਮਿਲ ਜਾਏਗੀ। ਆਪ ਪਲੀਜ਼ ਵੈਬਸਾਈਟ ਵਿਜ਼ਿਟ ਕਰਕੇ www.aobaniyegursicpyara.org ਤੇ ਇਸ ਬਾਰੇ ਇਨਫੋਰਮੇਸ਼ਨ ਲੈ ਕੇ ਇਸ ਕੰਪੀਟੀਸ਼ਨ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ ਔਰ ਇਨਾਮ ਜਿੱਤ ਸਕਦੇ ਹੋ। ਸਾਰੇ ਹੀ ਪਾਰਟਿਸਿਪੈਂਟਸ ਨੂੰ ਇਨਾਮ ਦਿੱਤੇ ਜਾਣਗੇ। ਸੋ ਉਮੀਦ ਕਰਦੇ ਹਾਂ ਕਿ ਆਪ ਜੀ ਆਪਣੀ ਜ਼ਿਆਦਾ ਤੋਂ ਜ਼ਿਆਦਾ ਸ਼ਮੂਲੀਅਤ ਕਰਕੇ ਆਪਣੇ ਗਿਆਨ ਵਿੱਚ ਵਾਧਾ ਕਰੋਗੇ ਤੇ ਨਾਲ ਹੀ ਸਾਡੇ ਇਸ ਉਪਰਾਲੇ ਦੇ ਵਿੱਚ ਸਹਿਯੋਗ ਦਿਓ। ਅਸੀਂ ਅੱਜ ਦੇ ਆਪਣੇ ਪਹਿਲੇ ਕੰਟੈਸਟੈਂਟ ਸਵਲੀਨ ਕੌਰ ਜੀ ਨੂੰ ਇਨਵਾਈਟ ਕਰ ਰਹੇ ਹਾਂ। ਸਵਲੀਨ ਕੌਰ ਜੀ ਪਲੀਜ਼ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Savleen Kaur from Delhi, recently done graduation from Mata Sundari College, where I got selected for the show. I also worked with an NGO for past 2 years for the development of society and children. I am blessed that I got a chance to be a part of our Baniye Gursikh Pyara show, which provides a great opportunity to enhance my knowledge regarding Gurbani, Sikh history and global Sikh achievements. ਵੈਲਕਮ ਜੀ। ਆਪ ਜੀ ਨੇ ਦੱਸਿਆ ਕਿ ਆਪ ਜੀ ਇੱਕ NGO ਦੇ ਨਾਲ ਵੀ ਕੰਮ ਕਰਦੇ ਰਹੇ ਹੋ ਫਰਮ ਲਾਸਟ 2 ਇਅਰਸ। ਇਟਸ ਵੈਰੀ ਗੁੱਡ। ਸੋ ਸਾਡੇ ਦਰਸ਼ਕਾਂ ਨੂੰ ਵੀ ਆਪ ਜੀ ਬਾਰੇ ਜਾਣ ਕੇ ਬੜਾ ਅੱਛਾ ਲੱਗਿਆ ਹੋਵੇਗਾ, ਅਸੀਂ ਉਮੀਦ ਕਰਦੇ ਹਾਂ। ਤੇ ਹੁਣ ਅਸੀਂ ਆਪ ਜੀ ਦੇ ਨਾਲ ਗੇਮ ਦੇ ਰੂਲਸ ਸ਼ੇਅਰ ਕਰਨੇ ਜਾ ਰਹੇ ਹਾਂ। 9 ਕੁਐਸਚਨਸ ਇਨ ਆਲ 2 ਲੈਵਲਸ ਤੇ ਆਪ ਜੀ ਨੂੰ ਆਣੇ ਹਨ। 5 ਕੁਐਸਚਨ ਇਨ ਲੈਵਲ 1 ਵੇਅਰ 45 ਸੈਕਿੰਡਸ ਵਿਲ ਬੀ ਫॉर ਆਨਸਰਿੰਗ ਦੀ ਕੁਐਸਚਨ, ਔਰ ਸੈਕਿੰਡ ਲੈਵਲ ਤੇ ਇਹ ਟਾਈਮ 60 ਸੈਕਿੰਡਸ ਹੋ ਜਾਏਗਾ। ਇੱਕ ਲਾਈਫ ਲਾਈਨ ਆਪ ਜੀ ਨੂੰ ਲੈਵਲ 1 ਤੇ ਆਸ ਦਾ ਐਕਸਪਰਟ ਦੀ ਮਿਲੇਗੀ ਔਰ ਦੂਸਰੇ ਲੈਵਲ ਤੇ 50-50 ਦੀ ਆਪਸ਼ਨ ਲਾਈਫ ਲਾਈਨ ਦੀ ਸ਼ੇਪ ਵਿੱਚ ਆਪ ਜੀ ਕੋਲ ਹੋਏਗੀ। ਸੋ ਅਗਰ ਆਪ ਜੀ ਕੰਫਰਟੇਬਲ ਹੋ ਤਾਂ ਵੀ ਕੈਨ ਸਟਾਰਟ ਵਿਦ ਅ ਗੇਮ। ਹਾਂਜੀ ਸਰ। ਅੱਜ ਦਾ ਸਲੋਗਨ ਹੈ ਹੈਵ ਫੇਥ ਇਨ ਆਵਰ ਐਬਿਲਿਟੀਜ਼ ਇੰਸਟੈਡ ਆਫ ਗਿਵਿੰਗ ਅਪ ਈਜ਼ੀਲੀ। ਸੋ ਸਵਲੀਨ ਕੌਰ ਜੀ, ਆਪ ਜੀ ਇਸ ਸਲੋਗਨ ਨੂੰ ਨਾਲ ਲੈ ਕੇ ਉਮੀਦ ਕਰਦੇ ਹਾਂ ਕਿ ਅੱਜ ਇਥੋਂ ਟਾਈਟਲ ਵਿਨ ਕਰਕੇ ਜਾਓਗੇ। ਸੋ ਪਹਿਲਾ ਕੁਐਸਚਨ ਹੁਣ ਆਪ ਜੀ ਦੀ ਸਕਰੀਨ ਤੇ। Who made ਗੁਰੂ ਨਾਨਕ ਸਾਹਿਬ ਜੀ ਇੱਕ ਗੁਰੂ? ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਕਿਸ ਨੇ ਬਣਾਇਆ? ਆਪ ਜੀ ਦੇ ਆਪਸ਼ਨਸ A ਬੇਬੇ ਨਾਨਕੀ ਜੀ, B ਮਹਿਤਾ ਕਾਲੂ ਜੀ, C ਹਿਮਸੈਲਫ ਆਪਣੇ ਆਪ, ਜਾਂ D ਮਾਸਸ ਲੋਕਾਈ ਨੇ। ਆਪ ਜੀ ਕਿਹੜੀ ਆਪਸ਼ਨ ਨਾਲ ਜਾਣਾ ਚਾਹੋਗੇ? ਸਵਲੀਨ ਕੌਰ ਜੀ, ਆਪ ਜੀ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ, ਘੜੀ ਦੀ ਟਿਕ ਟਿਕ ਆਰੰਭ ਹੈ। Sir, I go with option D, masses loci. ਠੀਕ ਹੈ ਜੀ, D ਆਪਸ਼ਨ ਨੂੰ ਲੌਕ ਕਰਦੇ ਹਾਂ। ਆਪ ਜੀ A, B ਔਰ C ਨੂੰ ਠੀਕ ਨਹੀਂ ਸਮਝ ਰਹੇ, ਸੋ D ਤੇ ਆਪ ਜੀ ਨੂੰ ਵਿਸ਼ਵਾਸ ਹੈ ਕਿ ਇਹ ਆਨਸਰ ਠੀਕ ਹੈ। ਸੋ ਅਸੀਂ ਲੌਕ ਕਰ ਰਹੇ ਹਾਂ ਆਪਸ਼ਨ D ਨੂੰ। ਪਲੀਜ਼ ਆਪਸ਼ਨ D ਨੂੰ ਲੌਕ ਕੀਤਾ ਜਾਵੇ ਜੀ। ਐਂਡ ਇਟਸ ਅ ਕਰੈਕਟ ਆਨਸਰ। ਬਿਲਕੁਲ ਠੀਕ ਹੈ ਜੀ। ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਮਨੁੱਖੀ ਭਲਾਈ ਦੇ ਕੰਮ ਤੇ ਜਿਹੜੇ ਉਪਦੇਸ਼ ਸਨ ਉਹਨਾਂ ਦਾ, ਜਿਹਦੇ ਨਾਲ ਮਨੁੱਖ ਦਾ ਭਲਾ ਹੋਇਆ ਹੈ ਇਸ ਜੀਵਨ ਦੇ ਵਿੱਚ, ਉਹਨਾਂ ਨੂੰ
ਚਾਨਣ ਦਿਖਾਇਆ ਹੈ ਗੁਰੂ ਨਾਨਕ ਪਾਤਸ਼ਾਹ ਨੇ, ਜ਼ਿੰਦਗੀ ਜਿਉਣ ਦਾ ਢੰਗ ਦਿਖਾਇਆ ਹੈ, ਇਸ ਕਰਕੇ ਮਾਸਸ ਨੇ ਉਹਨਾਂ ਨੂੰ ਗੁਰੂ ਐਕਸੈਪਟ ਕੀਤਾ ਹੈ। ਸੋ ਅਸੀਂ ਵਧਾਂਗੇ ਜੀ ਸੈਕੰਡ ਕੁਐਸਚਨ, ਜਿਹੜਾ ਕਿ ਸਵਲੀਨ ਕੌਰ ਜੀ ਹੁਣ ਆਪ ਜੀ ਦੀ ਸਕਰੀਨ ਤੇ। Among the following gurus, which Sikh guru has both father and son as gurus? ਇਨ੍ਹਾਂ ਵਿੱਚੋਂ ਕਿਸ ਗੁਰੂ ਸਾਹਿਬਾਨ ਦੇ ਪਿਤਾ ਅਤੇ ਪੁੱਤਰ ਦੋਵੇਂ ਗੁਰੂ ਸਨ? ਆਪ ਜੀ ਦੇ ਆਪਸ਼ਨ ਸਨ A ਗੁਰੂ ਨਾਨਕ ਸਾਹਿਬ ਜੀ, B ਗੁਰੂ ਰਾਮਦਾਸ ਜੀ, C ਗੁਰੂ ਗੋਬਿੰਦ ਸਿੰਘ ਜੀ ਔਰ D ਗੁਰੂ ਤੇਗ ਬਹਾਦਰ ਜੀ। ਆਪ ਜੀ ਕਿਹੜੇ ਆਪਸ਼ਨ ਨਾਲ ਜਾਣਾ ਚਾਹੁੰਦੇ? ਸਰ ਮੈਂ ਆਪਸ਼ਨ ਡੀ ਨਾਲ ਜਾਣਾ ਚਾਹਾਂਗੀ, ਗੁਰੂ ਤੇਗ ਬਹਾਦਰ ਜੀ। ਗੁਰੂ ਤੇਗ ਬਹਾਦਰ ਜੀ। A, B ਔਰ C ਆਪ ਜੀ ਨੂੰ ਆਪਸ਼ਨ ਠੀਕ ਨਹੀਂ ਲੱਗ ਰਿਹਾ, ਸੋ ਦੇਖਦੇ ਹਾਂ D ਆਪਸ਼ਨ ਨੂੰ ਲੌਕ ਕਰਕੇ ਕਿ ਆਪ ਜੀ ਦਾ ਜਵਾਬ ਠੀਕ ਹੈ ਜਾਂ ਨਹੀਂ। ਪਲੀਜ਼ D ਆਪਸ਼ਨ ਨੂੰ ਲੌਕ ਕੀਤਾ ਜਾਵੇ ਜੀ। ਔਰ ਇਹ ਬਿਲਕੁਲ ਠੀਕ ਜਵਾਬ। ਤੁਸੀਂ ਦੱਸ ਸਕਦੇ ਹੋ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਜੀ ਤੇ ਪੁੱਤਰ ਕੌਣ ਸਨ? ਗੁਰੂ ਤੇਗ ਬਹਾਦਰ ਜੀ ਦੇ ਪਿਤਾ ਗੁਰੂ ਹਰਗੋਬਿੰਦ ਸਿੰਘ ਜੀ ਤੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ। ਬਿਲਕੁਲ ਠੀਕ ਜੀ, ਆਪ ਜੀ ਦਾ ਜਵਾਬ ਠੀਕ ਹੋ ਗਿਆ ਹੈ ਤੇ ਅਸੀਂ ਵਧਾਂਗੇ ਤੀਸਰੇ ਕੁਐਸਚਨ ਵੱਲ, ਜਿਹੜਾ ਕਿ ਇੱਕ ਆਡੀਓ ਕੁਐਸਚਨ ਹੈ। ਕੰਪਲੀਟ ਦਾ ਨੈਕਸਟ ਗੁਰਬਾਣੀ ਤੁਕ ਫ্রম ਭਗਤ ਕਬੀਰ ਜੀ ਸ਼ਲੋਕਾਸ। ਭਗਤ ਕਬੀਰ ਜੀ ਦੇ ਸ਼ਲੋਕਾਂ ਵਿੱਚੋਂ ਇੱਕ ਸ਼ਲੋਕ ਦੀ ਪਹਿਲੀ ਤੁਕ ਆਪ ਜੀ ਨੂੰ ਸੁਣਾਈ ਜਾਏਗੀ, ਦੂਸਰੀ ਤੁਕ ਆਪ ਜੀ ਨੇ ਦੱਸਣੀ ਹੈ। वीर नैन निहारूं तुझको सरबन सुनो तो नाओ। कबीर नैन निहार्यो तुझको श्रवण सुनियो तो नाम, बैन उछरियो तो नाम जी चरण कमल रिद ठाओ। बैन उचरों तो नाम जी चरण कमल रिद ठाओ। आप जी ने यही जवाब दिता जी। बिल्कुल ठीक जी, आप जी का जवाब बिल्कुल ठीक हो गया है। और सानू गुरबाणी के उच्चारण वेले बड़ा ध्यान रखना चाहिए है। निहारों लफज है, कबीर नैन निहारों तुझको, श्रवण सुनो तुह नाओ, बैन उचरों तुह नाम जी चरण कमल रिद ठाओ। सो 119वां श्लोक सी कबीर जी का। आप जी ने नैक्सट तो बिल्कुल ठीक दस दी है। तो असी वधांगे जी अगला क्वेश्चन हुण आप जी लई, आप जी की स्क्रीन ते लैके। What is the meaning of highlighted word in the following गुरबानी verse? गुरबाणी दी हेठ लिखी तुक विच उजागर होए शब्द दा की अर्थ है? सांझा करे कबीर स्यों हर संग बनज करे, बनज लफज दा की अर्थ है जी? आप जी दे ऑप्शंस आप जी दी स्क्रीन ते। ए तमाशे, बी महल, सी सौदा या डी सोना। आप जी केड़ी ऑप्शन नाल जाना चाहोगे? सर आई गो विद ऑप्शन सी सौदा। सौदा आप जी कहना चाहते हो बनज दा जेड़ा आखिरी अर्थ है वो सौदा है। तो देखते हैं सौदा सी ऑप्शन नू लॉक करके कि आप जी का जवाब ठीक है या नहीं। प्लीज सी ऑप्शन नू लॉक किया जाए जी। और बिल्कुल ठीक जवाब है जी। आप जी ने ध्यान नाल समझ के जवाब दिता है, सानू बहुत खुशी है कि आप जी लैवल 1 के लास्ट क्वेश्चन ते पहुंच गए। सो सौदा जवाब बनज दा बिल्कुल ठीक सी। नाउ द फिफ्थ क्वेश्चन इज विजुअल राउंड, आइडेंटिफाई द सिख पर्सनैलिटी। आप जी ने सिख शख्सियत की पहचान करनी है। तस्वीर हुण आप जी दे सामने। सवलीन कौर जी आप जी ने इमेज देखी है तो हुण आप जी लई ऑप्शंस आ रहे हैं। ऑप्शन जी ए ईशा सिंह, बी हरप्रीत एडी सिंह, सी सबरीना सिंह और डी बॉबी सिंह। सर आई गो विद ऑप्शन सी सबरीना सिंह। सबरीना सिंह आप जी कहना चाहते हो ए, बी और डी गलत हैं ऑप्शंस, और सी आप जी नू समझ आ रहा है कि बिल्कुल ठीक ऑप्शन है। सो सी ऑप्शन नू लॉक करके देखते हैं कि आप जी का जवाब ठीक है या नहीं। प्लीज सी ऑप्शन नू लॉक किया जाए जी। एंड इट्स वेरी करेक्ट आंसर, बिल्कुल ठीक जवाब आ गया है। सवलीन कौर जी आप जी ने बड़े ध्यान दे नाल समझ के इन्हां बारे आप जी कुछ जानते हो? हाँ जी, ए व्हाइट हाउस विच प्रेस सकत्तर में। बहुत अच्छे जी। सो सबरीना सिंह इज एन अमेरिकन एडमिनिस्ट्रेटर who is a special assistant to the president and junior White House deputy press secretary.
in the Joe Biden administration। ਸਾਡੇ ਦਰਸ਼ਕਾਂ ਨਾਲ ਅਸੀਂ ਇਹਨਾਂ ਬਾਰੇ ਸਾਂਝ ਪਾਈਏ। ਸਾਨੂੰ ਬੜੀ ਖੁਸ਼ੀ ਹੈ ਕਿ ਸਵਲੀਨ ਕੌਰ ਜੀ ਆਪ ਜੀ ਲੈਵਲ 1 ਨੂੰ ਕ੍ਰਾਸ ਕਰ ਗਏ ਹੋ। ਕੰਗ੍ਰੈਚੁਲੇਸ਼ਨ ਸਾਡੀ ਸਾਰੀ ਟੀਮ ਵੱਲੋਂ। ਔਰ ਅਸੀਂ ਵਧਾਂਗੇ ਲੈਵਲ 2 ਦੇ ਪਹਿਲੇ ਕੁਐਸਚਨ ਵੱਲ। ਸੋ ਲੈਵਲ 2 ਦਾ ਪਹਿਲਾ ਕੁਐਸਚਨ ਹੁਣ ਆਪ ਜੀ ਦੇ ਸਾਹਮਣੇ। In which Sikh's house Guru Tegh Bahadur Sahib ji stayed at village Valla, Amritsar? Guru Tegh Bahadur Sahib ji ਪਿੰਡ ਵੱਲਾ ਅੰਮ੍ਰਿਤਸਰ ਵਿਖੇ ਕਿਸ ਸਿੱਖ ਦੇ ਘਰ ਠਹਿਰੇ ਸਨ? ਆਪ ਜੀ ਦੇ ਆਪਸ਼ਨ ਸਨ A ਮਾਈ ਹਰਹਾ, B ਭਾਈ ਗੋਪਾਲ ਦਾਸ, C ਮਾਈ ਭਾਗੋ ਜਾਂ D ਭਾਈ ਮਨੀ ਰਾਮ। ਸਵਲੀਨ ਕੌਰ ਜੀ ਕੁਐਸਚਨ ਆਪ ਜੀ ਦੇ ਸਾਹਮਣੇ, ਆਪਸ਼ਨਸ ਸਾਹਮਣੇ ਆ ਗਈਆਂ। ਸੋ ਪਲੀਜ਼ ਸਰ ਮੈਂ ਆਪਸ਼ਨ ਏ ਨਾਲ ਜਾਣਾ ਚਾਹਾਂਗੀ, ਮਾਈ ਹਰੀਆ। ਮਾਈ ਹਰਿਆ ਦੇ ਨਾਲ ਜਾਣਾ ਚਾਹੋਗੇ। B C D ਆਪ ਜੀ ਨੂੰ ਠੀਕ ਨਹੀਂ ਲੱਗ ਰਿਹਾ। ਸੋ ਅਗਰ ਆਪ ਜੀ ਦਾ ਫਾਈਨਲ ਜਵਾਬ ਹੈ ਤਾਂ ਵੀ ਕੈਨ ਲੌਕ ਮਾਈ ਹਰਿਆ। ਹਾਂਜੀ ਸਰ ਇਹ ਫਾਈਨਲ ਹੈ। ਓਕੇ ਜੀ, ਇਹ ਨੂੰ ਲੌਕ ਕੀਤਾ ਜਾਵੇ ਜੀ, ਇਹ ਆਪਸ਼ਨ ਨੂੰ ਪਲੀਜ਼। ਤੇ ਦੇਖਦੇ ਹਾਂ ਕਿ ਆਪ ਜੀ ਨੇ ਜਿਹੜੀ ਸਟੱਡੀ ਕੀਤੀ ਹੈ ਉਹਦੇ ਮੁਤਾਬਿਕ ਆਪ ਜੀ ਦਾ ਜਵਾਬ ਠੀਕ ਹੈ ਜਾਂ ਨਹੀਂ। ਐਂਡ ਇਟਸ ਏ ਕਰੈਕਟ ਆਨਸਰ। ਬਹੁਤ ਵਧੀਆ ਜੀ, ਆਪ ਜੀ ਬਹੁਤ ਅੱਛਾ ਪਰਫਾਰਮ ਕਰ ਰਹੇ ਹੋ, ਸਾਨੂੰ ਬਹੁਤ ਖੁਸ਼ੀ ਹੈ। ਅਸੀਂ ਆਪਣੇ ਦਰਸ਼ਕਾਂ ਕੋਲੋਂ ਇੱਥੇ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੇਰੇ ਕੋ ਐਂਕਰ ਸਰਦਾਰ ਕੁਲਮੋਹਨ ਸਿੰਘ ਜੀ ਗੇਮ ਨੂੰ ਅੱਗੇ ਕੰਟੀਨਿਊ ਰੱਖਣਗੇ। ਬਹੁਤ ਅੱਛਾ ਪਰਫਾਰਮ ਕਰ ਰਹੇ ਹਨ। ਸਵਲੀਨ ਕੌਰ ਜੀ ਦੇਖਦੇ ਹਾਂ ਕਿ ਅੱਜ ਇੱਥੋਂ ਟਾਈਟਲ ਵਿਨ ਕਰਕੇ ਜਾਂਦੇ ਨੇ ਕਿ ਨਹੀਂ। ਸਾਡੇ ਦਰਸ਼ਕ ਬ੍ਰੇਕ ਦੇ ਵਿੱਚ ਕਿਧਰੇ ਨਹੀਂ ਜਾਣਗੇ। ਉਹਨਾਂ ਲਈ ਇੱਕ ਆਡੀਅנס ਕੁਐਸਚਨ ਆ ਰਿਹਾ ਹੈ। ਆਪ ਜੀ ਆਪਣਾ ਜਵਾਬ, ਆਪਣੀ ਫੋਟੋ, ਆਪਣੇ ਨਾਮ ਔਰ ਸਿਟੀ ਨੇਮ ਦੇ ਨਾਲ ਸਾਨੂੰ ਛੇਤੀ ਲਿਖ ਕੇ ਭੇਜ ਦਿਓ। ਠੀਕ ਜਵਾਬ ਹੋਣ ਤੇ ਆਪ ਜੀ ਦੀ ਫੋਟੋ ਨੈਕਸਟ ਵੀਕ ਸਕਰੀਨ ਤੇ ਦਿਖਾਈ ਜਾਏਗੀ। ਪਲੀਜ਼ ਕਿਧਰੇ ਨਾ ਜਾਏ। ਥੈਂਕ ਯੂ। ਰਫਤਾਰ ਭਰੀ ਜ਼ਿੰਦਗੀ ਵਿੱਚ ਜ਼ਰੂਰਤ ਹੈ ਸਮੇਂ ਤੋਂ ਅੱਗੇ ਰਹਿਣ ਦੀ। ਤਰੱਕੀ ਦੀ ਰਾਹ ਤੇ ਸਾਥੀਆਂ ਨੂੰ ਨਾਲ ਰੱਖਣ ਦੀ। ਕੌਨਫੀਡੈਂਸ ਹੈ ਦੁਨੀਆ ਸਾਹਮਣੇ ਹਰ ਰੂਪ ਦੇ ਵਿੱਚ ਖੜੇ ਹੋਣ ਦਾ, ਤੇ ਕੌਨਫੀਡੈਂਸ ਮਿਲਦਾ ਸਿਮਕੋ ਤੋਂ। ਸਿਮਕੋ ਸੁਪਰੀਮ हेयर ਫਿਕਸਰ, ਸਿਮਕੋ ਕਲਾਸਿਕ हेयर ਫਿਕਸਰ। ਪਰਸਨੈਲਿਟੀ ਨੂੰ ਨਿਖਾਰਨ ਵਾਲਾ ਭਰੋਸੇਮੰਦ ਸਾਥੀ, ਇਸ ਲਈ ਅੱਜ ਵੀ ਅਨੇਮ ਯੂ ਕੈਨ ਰਿਲਾਈ ਅਪਨ ਸਿਮਕੋ। समीर Wow! Just point and move. स्पेशलिस्ट एलईडी टीवी स्मार्ट फीचर्स के साथ। महंगा होगा, खुद देख ले। बेहतरीन पिक्चर, स्टाइलिश डिजाइन, 3 साल की वारंटी। वाइबर द एलईडी टीवी स्पेशलिस्ट। When it's about style, it's Simco. Simco Swift Power Hairspray in Mega Strong, System Professional and Ultra Strong. Simco Swift Power Hairspray. Style begins with it. ਸਾਡੀ ਮਾਂ ਬੋਲੀ ਪੰਜਾਬੀ, ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਆਡੀਅנס ਕੁਐਸਚਨ ਹੈ, ਗੁਰੂ ਅੰਗਦ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਤਨੇ ਸ਼ਲੋਕ ਕਿਤਨੀਆਂ ਵਾਰਾਂ ਵਿੱਚ ਦਰਜ ਹਨ? ਆਪ ਜੀ ਆਪਣੇ ਜਵਾਬ ਸਕਰੀਨ ਤੇ ਲਿਖੇ ਪ੍ਰੋਸੀਜਰ ਅਨੁਸਾਰ ਸਾਨੂੰ ਭੇਜ ਸਕਦੇ ਹੋ। ਧੰਨਵਾਦ ਜੀ। आओ बनिए गुरसिख प्यारा, आओ बनिए गुरसिख प्यारा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਆਓ ਬਣੀਏ ਗੁਰਸਿੱਖ ਪਿਆਰਾ ਪ੍ਰੋਗਰਾਮ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ। ਬ੍ਰੇਕ ਤੋਂ ਪਹਿਲਾਂ
ਮੇਰੇ ਕੋ ਐਂਕਰ ਵੀ ਹਰਜਿੰਦਰ ਸਿੰਘ ਜੀ ਇਸ ਪ੍ਰਤੀਯੋਗਤਾ ਨੂੰ ਚਲਾ ਰਹੇ ਸਨ ਔਰ ਸਰਦਾਰਨੀ ਸਵਲੀਨ ਕੌਰ ਜੀ ਜਿਹੜੇ ਕਿ ਸਾਡੇ ਨਾਲ ਇਸ ਪ੍ਰਤੀਯੋਗਤਾ ਵਿੱਚ ਜੁੜੇ ਹੋਏ ਨੇ। ਸੋ ਦੇਖਦੇ ਹਾਂ ਕਿ ਇਹ ਪ੍ਰਤੀਯੋਗਤਾ ਵਿੱਚ ਅੱਗੋਂ ਕਿੰਨਾ ਅੱਗੇ ਜਾਂਦੇ ਨੇ। ਤਾਂ ਬਣੇ ਰਹੋ ਸਾਡੇ ਨਾਲ। ਤੇ ਸਵਲੀਨ ਕੌਰ ਜੀ ਨਾਲ ਅਸੀਂ ਚਾਹਾਂਗੇ ਪੁੱਛਣਾ ਕਿ ਸਵਲੀਨ ਕੌਰ ਜੀ ਆਪ ਇਸ ਪ੍ਰਤੀਯੋਗਤਾ ਦੇ ਵਿੱਚ ਅੱਗੋਂ ਪ੍ਰਸ਼ਨਾਂ ਨੂੰ ਲੈਣ ਨੂੰ ਤਿਆਰ ਹੋ ਜੀ? ਹਾਂਜੀ ਸਰ, ਆਈ ਐਮ ਰੈਡੀ। ਤੁਸੀਂ ਰੈਡੀ ਹੋ ਜੀ? ਸੋ ਤੁਸੀਂ ਹੁਣ ਤੱਕ 5 ਪ੍ਰਸ਼ਨਾਂ ਦੇ ਉੱਤਰ ਦੇ ਕੇ ਲੈਵਲ 1 ਨੂੰ ਕ੍ਰਾਸ ਕਰ ਲਿਆ ਹੈ ਔਰ ਲੈਵਲ 2 ਦੇ ਵਿੱਚ ਤੁਸੀਂ ਪ੍ਰਵੇਸ਼ ਕਰ ਗਏ ਹੋ। ਅਗਲਾ ਪ੍ਰਸ਼ਨ ਦਈਏ ਹੁਣ ਤੁਹਾਨੂੰ। ਅਗਲਾ ਪ੍ਰਸ਼ਨ ਤੁਹਾਡੀ ਸਕਰੀਨ। ਪੰਜਾਬ ਦੀ ਕਿਸ ਸਿੱਖ ਧੀ ਨੇ ਦਸੰਬਰ 2020 ਵਿੱਚ ਜਰਮਨੀ ਵਿੱਚ ਕੋਲੋਨ ਬਾਕਸਿੰਗ ਵਰਲਡ ਕੱਪ ਵਿੱਚ ਸੋਨੇ ਦਾ ਤਗਮਾ ਜਿੱਤਿਆ? ਤੁਹਾਡੀਆਂ ਆਪਸ਼ਨ ਨੇ A ਮਨਜੀਤ ਕੌਰ, B ਸਿਮਰ ਕੌਰ, C ਹਰਮਨ ਕੌਰ, D ਸਿਮਰਨਜੀਤ ਕੌਰ। ਸਰ ਮੈਂ ਆਪਸ਼ਨ ਡੀ ਨਾਲ ਜਾਣਾ ਚਾਹਾਂਗੀ, ਸਿਮਰਨਜੀਤ ਕੌਰ। ਆਪਸ਼ਨ D ਸਿਮਰਨਜੀਤ ਕੌਰ। ਆਪਸ਼ਨ ਡੀ ਨੂੰ ਲੌਕ ਕੀਤਾ ਜਾਏ। ਦੇਖਦੇ ਹਾਂ ਕਿ ਸਵਲੀਨ ਕੌਰ ਜੀ ਦਾ ਉੱਤਰ ਠੀਕ ਹੈ ਕਿ ਨਹੀਂ। ਸਿਮਰਨਜੀਤ ਕੌਰ, ਤੁਹਾਡਾ ਉੱਤਰ ਬਿਲਕੁਲ ਠੀਕ ਹੈ। ਸਵਲੀਨ ਕੌਰ ਜੀ, ਤੁਸੀਂ ਇਸ ਪ੍ਰਤੀਯੋਗਤਾ ਵਿੱਚ ਸਫਲਤਾਪੂਰਵਕ ਅੱਗੇ ਵਧ ਗਏ ਹੋ। ਸੋ ਹੁਣ ਅਗਲਾ ਪ੍ਰਸ਼ਨ ਤੁਹਾਡੀ ਸਕਰੀਨ ਤੇ। ਹੁਣ ਸਵਲੀਨ ਕੌਰ ਜੀ, ਆਪ ਜੀ ਨੂੰ ਇੱਕ ਰਾਗੀ ਸਾਹਿਬਾਨ ਦੀ ਆਵਾਜ਼ ਸੁਣਾਈ ਦਿੱਤੀ ਜਾਏਗੀ ਔਰ ਆਪ ਜੀ ਨੇ ਇਹ ਦੱਸਣਾ ਹੈ ਕਿ ਇਹ ਆਵਾਜ਼ ਕਿਹਨਾਂ ਦੀ ਹੈ। ਇਹ ਆਵਾਜ਼ ਹੁਣ ਆਪ ਜੀ ਦੀ ਸਕਰੀਨ ਤੇ। ਮੇਰੀ ਮਤ ਸੋ ਸਵਲੀਨ ਕੌਰ ਦੀ ਆਵਾਜ਼ ਤੁਸੀਂ ਸੁਣ ਲਈ ਹੈ ਰਾਗੀ ਸਾਹਿਬਾਨ ਦੀ। ਹੁਣ ਸਾਨੂੰ ਦੱਸੋ ਕਿ ਇਹ ਆਵਾਜ਼ ਕਿਹਨਾਂ ਦੀ ਹੈ। ਭਾਈ ਅਨੰਤਵੀਰ ਸਿੰਘ ਜੀ, USA ਵਾਲੇ। ਭਾਈ ਅਨੰਤਵੀਰ ਸਿੰਘ ਜੀ। ਦੇਖਦੇ ਹਾਂ ਤੁਹਾਡਾ ਆਨਸਰ ਠੀਕ ਹੈ ਕਿ ਨਹੀਂ। ਤੁਹਾਡਾ ਆਨਸਰ ਬਿਲਕੁਲ ਠੀਕ ਹੈ। ਭਾਈ ਅਨੰਤਵੀਰ ਸਿੰਘ ਜੀ ਲਾਸ ਐਂਜਲਸ ਵਾਲੇ यानी कि USA। बिल्कुल ठीक ਤੁਹਾਡਾ ਉੱਤਰ ਹੈ। ਲਾਸ ਐਂਜਲਸ USA 'ਚ ਹੀ ਹੈ। ਸੋ ਤੁਹਾਡਾ ਉੱਤਰ ਬਿਲਕੁਲ ਠੀਕ ਹੈ। ਤੁਸੀਂ ਆਵਾਜ਼ ਪਹਿਚਾਨੀ ਹੈ। ਆਪ ਜੇ ਕੀਰਤਨ ਸੁਣਦੇ ਰਹਿੰਦੇ ਹੋ ਇਹਨਾਂ ਦਾ। ਸੋ ਬਹੁਤ ਅੱਛਾ ਲੱਗਾ ਤੁਹਾਡੇ ਕੋਲੋਂ ਕਿ ਤੁਸੀਂ ਇਸ ਆਵਾਜ਼ ਨੂੰ ਵੀ ਪਹਿਚਾਨਿਆ ਹੈ। ਸੋ ਹੁਣ ਅਸੀਂ ਵਧ ਰਹੇ ਹਾਂ ਅਗਲੇ ਪ੍ਰਸ਼ਨ ਵੱਲ। ਸੋ ਅਗਲਾ ਪ੍ਰਸ਼ਨ ਆਪ ਜੀ ਦੀ ਸਕਰੀਨ ਤੇ। ਇਸ ਸਾਲ ਵਿੱਚ ਪੰਜਾਬੀ ਨੂੰ ਪੰਜਾਬ ਦੀ ਇੱਕ ਅਧਿਕਾਰਤ ਭਾਸ਼ਾ ਵਜੋਂ ਐਲਾਨਿਆ ਗਿਆ ਸੀ। ਤੁਹਾਡੀਆਂ ਆਪਸ਼ਨਸ ਨੇ ਸਨ 1788, B 1966, C 1891, D 1995। यानी कि 1788, 1966, 1891, 1995। Sir, I want to take expert advice. ਸੋ ਤੁਸੀਂ ਐਕਸਪਰਟ ਕੋਲੋਂ ਰਾਏ ਲੈਣਾ ਚਾਹੁੰਦੇ ਹੋ, ਉਹਨਾਂ ਕੋਲੋਂ ਪੁੱਛਣਾ ਚਾਹੁੰਦੇ ਹੋ ਕਿ ਭਈ ਇਸ ਦਾ ਸਹੀ ਉੱਤਰ ਕੀ ਹੈ। ਸੋ ਸਮਾਂ ਰੁਕ ਗਿਆ ਹੈ। ਸੋ ਹੁਣ ਅਸੀਂ ਅੱਜ ਐਕਸਪਰਟ ਐਡਵਾਈਸ ਵਾਸਤੇ ਬੇਨਤੀ ਕਰਾਂਗੇ। ਅੱਜ ਅਸੀਂ ਸਾਡੇ ਨਾਲ ਲੁਧਿਆਣਾ ਪੰਜਾਬ ਤੋਂ ਕਵਨੀਤ ਕੌਰ ਜੀ, ਜਿਹੜੇ ਕਿ ਆਪਣੀ ਇੱਕ ਐਜੂਕੇਸ਼ਨ ਸੰਸਥਾ ਦੇ ਡਾਇਰੈਕਟਰ ਨੇ, ਉਹ ਸਾਡੇ ਨਾਲ ਜੁੜੇ ਹੋਏ ਨੇ। तो अवनीत कौर जी, जी आया ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਵਨੀਤ ਕੌਰ ਜੀ, ਤੁਸੀਂ ਦੇਖਿਆ ਕਿ ਜਿਵੇਂ ਸਵਲੀਨ ਕੌਰ ਜੀ ਨੇ ਪ੍ਰਸ਼ਨ ਦਾ ਉੱਤਰ ਨਹੀਂ ਦੇ ਪਾਏ ਔਰ ਉਹ ਚਾਹੁੰਦੇ ਨੇ ਕਿ ਆਪ ਜੀ ਉਹਨਾਂ ਦਾ ਸਹਿਯੋਗ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸਵਾਲ ਦਾ ਜਵਾਬ ਹੈ 1966, 1966।
ਜਦੋਂ ਕਿ ਪੰਜਾਬ ਦਾ ਪੁਨਰਗਠਨ ਹੋਇਆ ਸੀ। ਸੋ ਕਵਨੀਤ ਕੌਰ ਜੀ ਕਹਿ ਰਹੇ ਨੇ ਕਿ 1966 ਯਾਨੀ ਕਿ 1966, ਪਹਿਲੀ ਗੱਲ ਤੇ ਕਿ ਤੁਸੀਂ ਉਹਨਾਂ ਦੇ ਜਵਾਬ ਨਾਲ ਸਹਿਮਤ ਹੋ? ਹਾਂਜੀ ਸਰ ਜੀ, ਹਾਂਜੀ। ਸੋ ਸਵਲੀਨ ਕੌਰ ਜੀ, ਅੱਜ ਕਵਨੀਤ ਕੌਰ ਜੀ ਕਰਕੇ ਜਿਨ੍ਹਾਂ ਨੇ ਤੁਹਾਨੂੰ ਆਪਣੇ ਵੱਲੋਂ ਰਾਏ ਦਿੱਤੀ ਔਰ ਤੁਸੀਂ ਅੱਜ ਆਓ ਬਣੀਏ ਗੁਰਸਿੱਖ ਪਿਆਰਾ ਦਾ ਇੱਥੋਂ ਟਾਈਟਲ ਜਿੱਤ ਕੇ ਜਾ ਰਹੇ ਹੋ। ਮੁਬਾਰਕ ਹੋਏ ਤੁਹਾਨੂੰ ਇਸ ਟਾਈਟਲ ਦੀ ਕਿ ਤੁਸੀਂ ਇਸ ਨੂੰ ਆਪਣੀ ਕੜੀ ਮਿਹਨਤ ਦੇ ਨਾਲ ਨੂੰ ਜਿੱਤਿਆ ਔਰ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਔਰ ਤੁਸੀਂ ਇੱਕ ਲਾਈਫ ਲਾਈਨ ਨੂੰ ਇਸਤੇਮਾਲ ਕੀਤਾ ਹੈ। ਸੋ ਅਸੀਂ ਚਾਹੁੰਦੇ ਹਾਂ ਐਸੇ ਸਾਡੇ ਕੋਲ ਪਾਰਟਿਸਪੈਂਟਸ ਆਉਣ ਜਿਹੜੇ ਮਿਹਨਤ ਕਰਨ ਔਰ ਮਿਹਨਤ ਕਰਕੇ ਆਪਣੀ ਸਫਲਤਾ ਦਾ ਸ਼ਿਖਰ ਛੂਹਣ। ਸਵਲੀਨ ਕੌਰ ਜੀ, ਤੁਸੀਂ ਟਾਈਟਲ ਜਿੱਤਿਆ ਹੈ, ਕੈਸਾ ਮਹਿਸੂਸ ਹੋ ਰਿਹਾ ਹੈ? ਥੈਂਕ ਯੂ ਸਰ, ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਤੇ ਮੈਂ ਇਹ ਕਹਿਣਾ ਚਾਹਾਂਗੀ ਬਾਕੀ ਲੋਕਾਂ ਨੂੰ ਵੀ, ਜਿਹੜੀ ਅੱਜ ਕੱਲ੍ਹ ਦੀ ਯੂਥ ਆ ਉਹ ਬੜੀ ਬਿਜ਼ੀ ਸ਼ੈਡਿਊਲ ਹੋਣ ਕਰਕੇ ਉਹ ਇਸ ਪਾਸੇ ਧਿਆਨ ਨਹੀਂ ਦੇ ਪਾਉਂਦੇ। ਆਈ ਰਿਕੁਐਸਟ ਕਿ ਉਹ ਇਸ ਸ਼ੋਅ ਨਾਲ ਜੁੜਨ ਤਾਂ ਕਿ ਉਹਨਾਂ ਦੀ ਗੁਰਬਾਣੀ ਨੌਲੇਜ ਵਿੱਚ ਵਾਧਾ ਹੋਵੇ। ਐਂਡ ਅਗੇਨ ਥੈਂਕ ਯੂ ਟੂ ਆਓ ਬਣੀਏ ਗੁਰਸਿੱਖ ਪਿਆਰਾ ਟੀਮ ਫॉर ਦੀ ਉਪਰਾਲਾ। ਸੋ ਹੁਣ ਮੈਂ ਆਪ ਜੀ ਨੂੰ ਪਿਆਰ ਤੇ ਸਤਿਕਾਰ ਦੇਣ ਵਾਸਤੇ ਸਰਦਾਰ ਕੁਲਵੰਤ ਸਿੰਘ ਜੀ ਅਤੇ ਸਰਦਾਰਨੀ ਦਲਜੀਤ ਕੌਰ ਜੀ, ਜਿਹੜੇ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਅੰਦਰ ਸੀਨੀਅਰ ਟੀਚਰ ਨੇ, ਉਹਨਾਂ ਨੂੰ ਮੈਂ ਬੇਨਤੀ ਕਰਾਂਗੇ ਉਹ ਆਪ ਜੀ ਨੂੰ ਪਿਆਰ ਤੇ ਸਤਿਕਾਰ ਦੇਣ। ਔਰ ਆਓ ਬਣੀਏ ਗੁਰਸਿੱਖ ਪਿਆਰਾ ਦੀ ਸਮੂਹ ਟੀਮ ਵੱਲੋਂ ਸਰਦਾਰ ਹਰਪ੍ਰੀਤ ਸਿੰਘ ਜੀ ਆਪ ਜੀ ਨੂੰ ਪਿਆਰ ਦੇਣਗੇ ਔਰ ਇਹ ਪਿਆਰ ਜੋ ਹੈ, ਇਹ ਸਾਰਾ ਸਤਿਕਾਰ ਜੋ ਹੈ ਆਪ ਜੀ ਤੱਕ ਸਾਡੇ ਸਪਾਂਸਰਾਂ ਕਰਕੇ ਪਹੁੰਚਦਾ ਹੈ। ਸਿਮਕੋ ਸਰ ਕੁਲਦੀਪ ਸਿੰਘ ਜੀ ਬੱਗਾ ਔਰ ਉਹਨਾਂ ਵੱਲੋਂ ਆਪ ਜੀ ਨੂੰ ਪਿਆਰ ਤੇ ਸਤਿਕਾਰ ਦਿੱਤਾ ਜਾ ਰਿਹਾ ਹੈ। ਫਰੈਬੋ ਵੱਲੋਂ ਆਪ ਜੀ ਨੂੰ ਪਿਆਰ ਤੇ ਸਤਿਕਾਰ ਦਿੱਤਾ ਜਾ ਰਿਹਾ ਹੈ ਅਤੇ ਨਾਲ ਹੀ ਵਾਈਬਰ ਟੀਵੀ ਵੱਲੋਂ ਆਪ ਜੀ ਨੂੰ ਪਿਆਰ ਤੇ ਸਤਿਕਾਰ ਦਿੱਤਾ ਜਾ ਰਿਹਾ ਹੈ। ਆਪਾਂ ਇੱਦਾਂ ਹੀ ਜੁੜੇ ਰਹੋ ਔਰ ਤੁਸੀਂ ਆਓ ਬਣੀਏ ਗੁਰਸਿੱਖ ਪਿਆਰਾ ਦੇ ਐਂਬੈਸਡਰ ਬਣ ਕੇ ਹੁਣ ਸੇਵਾ ਕਰਨੀ ਹੈ। ਅਸੀਂ ਤੁਹਾਡੇ ਤੋਂ ਹੁਣ ਇਜਾਜ਼ਤ ਲੈ ਰਹੇ ਹਾਂ ਔਰ ਮੁਬਾਰਕਾਂ ਦੇ ਨਾਲ ਹੁਣ ਇਸ ਪ੍ਰਤੀਯੋਗਤਾ ਨੂੰ ਅੱਗੇ ਤੋਰਾਂਗੇ। आओ बनिए गुरसिख प्यारा, आओ बनिए गुरसिख प्यारा। ਸੋ ਸਾਡੇ ਅਗਲੇ ਪ੍ਰਤੀਯੋਗੀ ਹਨ ਸਰਦਾਰਨੀ ਸਤਬੀਰ ਕੌਰ ਜੀ, ਜਿਹੜੇ ਕਿ ਪਟਿਆਲਾ ਤੋਂ ਪੰਜਾਬ ਤੋਂ ਸਾਡੇ ਨਾਲ ਜੁੜੇ ਹੋਏ ਨੇ। ਜੀ ਆਇਆਂ ਨੂੰ ਸਤਬੀਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰਨੀ ਸਤਬੀਰ ਕੌਰ ਜੀ, ਆਪਣੇ ਬਾਰੇ ਇੱਕ ਇੰਟਰੋਡਕਸ਼ਨ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਤਬੀਰ ਕੌਰ ਦਸ਼ਮੇਸ਼ ਨਗਰ ਪਟਿਆਲਾ ਦੀ ਨਿਵਾਸੀ ਹਾਂ। ਮੈਂ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਤੋਂ ਪ੍ਰਿੰਸੀਪਲ ਰਿਟਾਇਰ ਹੋਈ ਹਾਂ। ਮੇਰੀਆਂ ਹੌਬੀਜ਼ ਗੁਰਬਾਣੀ ਸੁਣਨਾ, ਗੁਰਬਾਣੀ ਪੜ੍ਹਨਾ ਅਤੇ ਕੀਰਤਨ ਸੁਣਨਾ ਹੈ। ਮੈਂ ABGP ਟੀਮ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕੁਇਜ਼ ਸ਼ੋਅ ਵਾਸਤੇ ਮੌਕਾ ਦਿੱਤਾ। ਸੋ ਸਰਦਾਰਨੀ ਸਤਬੀਰ ਕੌਰ ਜੀ, ਅਸੀਂ ਪ੍ਰਤੀਯੋਗਤਾ ਆਰੰਭ ਕਰ ਰਹੇ ਹਾਂ ਤੁਹਾਡੇ ਨਾਲ ਔਰ ਇਸ ਦੇ ਰੂਲ ਮੈਂ ਆਪ ਜੀ ਨੂੰ ਬਰੀਫਲੀ ਦੱਸ ਰਿਹਾ ਕਿ ਇਹਦੇ ਅੰਦਰ 9 ਟੋਟਲ ਪ੍ਰਸ਼ਨ ਪੁੱਛੇ ਜਾਣਗੇ। ਪਹਿਲੇ ਹਿੱਸੇ ਵਿੱਚ 5, ਦੂਜੇ ਹਿੱਸੇ ਵਿਚਕਾਰ 4 ਨੇ। ਪਹਿਲੇ ਹਿੱਸੇ ਵਿਚਕਾਰ 45 ਸਕਿੰਟ ਦਾ ਟਾਈਮ ਹੈ, ਦੂਜੇ ਹਿੱਸੇ ਵਿਚਕਾਰ ਉਹ 45 ਸਕਿੰਟ ਤੋਂ 60 ਸੈਕਿੰਡ ਹੋ ਜਾਏਗਾ। ਔਰ ਇਹਦੇ ਵਿਚਕਾਰ ਪਹਿਲੇ ਵਿਚਕਾਰ ਤੁਹਾਨੂੰ ਜਿਹੜਾ ਹੈ ਐਕਸਪਰਟ ਕੋਲੋਂ ਤੁਸੀਂ ਕੋਈ ਪੁੱਛਣਾ ਚਾਹੋ ਤੇ ਪੁੱਛ ਸਕਦੇ ਹੋ, ਆਸਕ ਦੀ ਐਕਸਪਰਟ। ਤੇ ਦੂਸਰੇ ਭਾਗ ਦੇ ਅੰਦਰ ਅਗਰ ਤੁਸੀਂ ਪਹੁੰਚ ਜਾਂਦੇ ਹੋ ਤੇ ਇੱਕ ਲਾਈਫ ਲਾਈਨ ਹੋਰ ਐਡ ਹੋ ਜਾਏਗੀ, ਉਹ ਹੈਗੀ 50-50, ਯਾਨੀ ਕਿ 2 ਆਪਸ਼ਨ ਜਿਹੜੀਆਂ ਨੇ ਉਹ ਹਟਾਤੀਆਂ ਜਾਣਗੀਆਂ, ਫਿਰ ਉਹਨਾਂ ਦੋਵਾਂ 'ਚੋਂ ਜਵਾਬ ਦੇਣਾ ਹੋਏਗਾ। ਸੋ ਆਪ ਧਿਆਨ ਨਾਲ ਇਸ ਪ੍ਰਤੀਯੋਗਤਾ ਦੇ ਵਿਚਕਾਰ ਜਿੱਥੇ ਲੋੜ ਪਵੇ ਆਪ ਜੀ ਜ਼ਰੂਰ ਲਾਈਫ ਲਾਈਨ ਦਾ ਇਸਤੇਮਾਲ ਕਰੋ ਔਰ ਨਾਲ ਹੀ ਆਪ ਜੀ ਇਸ ਪ੍ਰਤੀਯੋਗਤਾ 'ਚ ਸਮੇਂ ਨਾਲ ਲਏ ਫੈਸਲੇ ਨਾਲ ਤੁਸੀਂ ਬਣੇ ਰਹੋਗੇ। ਸੋ ਜੇ ਆਪ ਜੀ ਇਜਾਜ਼ਤ ਦਿਓ ਤੇ ਪ੍ਰਤੀਯੋਗਤਾ ਸ਼ੁਰੂ ਕਰੀਏ। ਅੱਜ ਦਾ ਅਸੀਂ ਪ੍ਰਤੀਯੋਗਤਾ ਸ਼ੁਰੂ ਕਰਦੇ ਹੋਏ ਪਹਿਲਾ ਪ੍ਰਸ਼ਨ ਜਿਹੜਾ ਹੈ ਉਹ ਆਪ ਜੀ ਦੀ ਸਕਰੀਨ ਤੇ ਆ ਰਿਹਾ ਹੈ। ਗੁਰਬਾਣੀ ਦੇ ਪ੍ਰਚਾਰ ਲਈ ਕੌਣ ਜ਼ਿੰਮੇਵਾਰ ਹੈ? ਹੂ ਇਜ਼ ਰਿਸਪੌਂਸਿਬਲ ਫॉर ਪ੍ਰਚਾਰ ਆਫ ਗੁਰਬਾਣੀ? ਤੁਹਾਡੀਆਂ ਆਪਸ਼ਨਸ ਨੇ A, ਅਕਾਲ ਤਖਤ ਸਾਹਿਬ ਜਥੇਦਾਰ, B, ਹੈਡ ਗ੍ਰੰਥੀ ਆਫ ਦਰਬਾਰ ਸਾਹਿਬ, C, ਪ੍ਰੈਜ਼ੀਡੈਂਟ ਆਫ SGPC, D, ਐਵਰੀ ਸਿੱਖ ਯਾਨੀ ਕਿ ਹਰ ਸਿੱਖ। ਅਕਾਲ ਤਖਤ ਦੇ ਜਥੇਦਾਰ ਸਾਹਿਬ ਜਾਂ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜਾਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਾਂ ਸਾਰੇ ਸਿੱਖਾਂ ਦਾ ਇਹ ਫਰਜ਼।
ਆਪਸ਼ਨ ਡੀ ਐਵਰੀ ਸਿੱਖ। ਆਪਸ਼ਨ ਡੀ ਨੂੰ ਲੌਕ ਕਰਨੇ ਆ, ਦੇਖਦੇ ਹਾਂ ਤੁਹਾਡਾ ਉੱਤਰ ਠੀਕ ਹੈ ਕਿ ਨਹੀਂ ਹੈ। ਤੁਹਾਡਾ ਉੱਤਰ ਬਿਲਕੁਲ ਠੀਕ ਹੈ ਕਿ ਹਰ ਸਿੱਖ ਦਾ ਫਰਜ਼ ਹੈ ਕਿ ਗੁਰਬਾਣੀ ਦੇ ਪ੍ਰਚਾਰ ਲਈ ਹਰ ਸਿੱਖ ਜ਼ਿੰਮੇਵਾਰ ਹੈ। ਸੋ ਤੁਹਾਡਾ ਉੱਤਰ ਬਿਲਕੁਲ ਠੀਕ ਹੈ। ਹੁਣ ਅਸੀਂ ਅਗਲਾ ਪ੍ਰਸ਼ਨ ਤੁਹਾਨੂੰ ਪੁੱਛਣ ਜਾ ਰਹੇ ਹਾਂ, ਦੂਸਰਾ, ਲੇਕਿਨ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਤੁਸੀਂ ਸਾਡੇ ਰੋਲ ਓਵਰ ਪ੍ਰਤੀਯੋਗੀ ਹੋਵੋਗੇ ਅਗਲੇ ਹਫਤੇ ਦੇ ਪ੍ਰੋਗਰਾਮ ਦੇ ਵਿੱਚ। ਸੋ ਅੱਜ ਦਾ ਐਪੀਸੋਡ ਅਸੀਂ ਇੱਥੇ ਹੀ ਸਮਾਪਤ ਕਰਾਂਗੇ। ਅਗਲੇ ਹਫਤੇ ਫਿਰ ਐਸੇ ਹੀ ਸਮੇਂ ਤੇ ਐਸੇ ਚੈਨਲ ਤੇ ਆਪ ਜੀ ਔਰ ਦਰਸ਼ਕਾਂ ਦੇ ਵਿਚਕਾਰ ਆਓ ਬਣੀਏ ਗੁਰਸਿੱਖ ਪਿਆਰਾ ਦੀ ਟੀਮ ਅਗਲੇ ਐਪੀਸੋਡ ਨੂੰ ਲੈ ਕੇ ਆਵੇਗੀ। ਸੋ ਦਰਸ਼ਕੋ, ਕਿਤੇ ਜਾਇਓ ਨਾ, ਅਗਲੇ ਹਫਤੇ ਐਸੇ ਹੀ ਚੈਨਲ ਤੇ ਫਿਰ ਮਿਲਾਂਗੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਤੇ। ਤੇ ਆਪ ਜੀ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।